हेलो फ्रेंड्स, मैं सर डॉक्टर श्याम सुंदर गोयल डॉक्टर गोयल सुपर स्कैन तो ਅੱਜ ਪੇਸ਼ੈਂਟ ਐਜੂਕੇਸ਼ਨ ਸੀਰੀਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਇਨਫਰਟੀਲਿਟੀ ਦੀ ਕਿ ਰੋਲ ਆਫ ਅਲਟਰਾਸਾਊਂਡ ਇਨ ਇਨਫਰਟੀਲਿਟੀ ਕਿ ਬਾਂਝਪਨ ਦੇ ਵਿੱਚ ਅਲਟਰਾਸਾਊਂਡ ਦਾ ਕੀ ਰੋਲ ਹੈ ਉਹਦੇ ਬਾਰੇ ਅਸੀਂ ਜਾਣਕਾਰੀ ਦੇਵਾਂਗੇ ਉਹਨਾਂ ਸਾਰੇ ਪੇਸ਼ੈਂਟਸ ਨੂੰ ਜਿਹੜੇ ਕਿ ਕੰਸੀਵ ਕਰਨਾ ਚਾਹੁੰਦੇ ਆ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਕੰਸੀਵ ਕਰਨ ਦੇ ਵਿੱਚ ਤੇ ਉਹ ਘਬਰਾਉਂਦੇ ਆ ਡਾਕਟਰ ਕੋਲੇ ਵੀ ਟਾਈਮ ਨਹੀਂ ਹੁੰਦਾ ਦੱਸਣ ਦਾ ਤੇ ਨਾ ਹੀ ਵਿਚਾਰੇ ਪੁੱਛ ਸਕਦੇ ਕਈ ਵਾਰੀ ਝਿਜਕ ਨਾਲ ਨਹੀਂ ਪੁੱਛ ਸਕਦੇ ਕਿ ਕਿਵੇਂ ਕੰਮ ਕਰਨਾ ਚਾਹੀਦਾ। ਸੋ ਦੋਸਤੋ, ਅਲਟਰਾਸਾਊਂਡ ਦਾ ਰੋਲ ਇਨਫਰਟੀਲਿਟੀ ਜਾਂ ਬਾਂਝਪਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਗਾ। ਡੇ 1 ਤੋਂ ਲੈ ਕੇ ਐਂਡ ਤੱਕ, ਜਦੋਂ ਤੱਕ ਤੁਹਾਡੀ ਡਿਲੀਵਰੀ ਨਹੀਂ ਹੁੰਦੀ ਉਦੋਂ ਤੱਕ ਹੀ ਅਲਟਰਾਸਾਊਂਡ ਦਾ ਰੋਲ ਹੈਗਾ। ਸੋ ਸਭ ਤੋਂ ਪਹਿਲਾਂ ਅਲਟਰਾਸਾਊਂਡ ਕੀਤਾ ਜਾਂਦਾ ਹੈ, ਬੇਸ ਸਕੈਨ ਕੀਤਾ ਜਾਂਦਾ ਹੈ। ਬੇਸ ਸਕੈਨ ਦਾ ਮਤਲਬ ਹੈ ਜਦੋਂ ਵੀ ਤੁਸੀਂ ਕੋਈ ਟ੍ਰੀਟਮੈਂਟ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਅਲਟਰਾਸਾਊਂਡ ਸਕੈਨ ਕੀਤਾ ਜਾਂਦਾ ਹੈ। ਇਹ ਦੇਖਣ ਵਾਸਤੇ ਕਿ ਬੋਡੀ ਦੇ ਜਿਹੜੇ ਅਬਡੋਮਨ ਦੇ ਪਾਰਟਸ ਹੈਗੇ ਹੈ, ਕੋਈ ਪਿੱਤਾ ਹੈ, ਕੋਈ ਗੁਰਦੇ ਹੈ, ਕੋਈ ਲਿਵਰ ਹੈਗਾ, ਕੋਈ ਸਪਲੀਨ ਹੈਗੀ ਹੈ ਜਾਂ ਓਵਰੀਜ਼ ਹੈਗੀਆਂ ਤੁਹਾਡੀਆਂ ਜਾਂ ਬੱਚੇਦਾਨੀ ਹੈ, ਉਹਨਾਂ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ, ਬੱਚੇਦਾਨੀ ਦੇ ਬਾਹਰ ਕੋਈ ਇਨਫੈਕਸ਼ਨ ਤਾਂ ਨਹੀਂ ਹੈਗੀ। ਤੇ ਆਮ ਤੌਰ 'ਤੇ ਜਿਹੜੀ ਕਿ ਬੱਚੇਦਾਨੀ ਹੈਗੀ ਹੈ ਐਜ਼ ਜਨਰਲ, ਕਈ ਵਾਰੀ ਕੀ ਹੈ ਕਿ ਉਹਦੇ ਵਿੱਚ ਉਹਦਾ ਸਾਈਜ਼ ਕੀ ਹੈਗਾ। ਕਈ ਵਾਰੀ ਬੱਚੇਦਾਨੀ ਦਾ ਸਾਈਜ਼ ਬਹੁਤ ਛੋਟਾ ਹੁੰਦਾ। ਸੋ ਛੋਟਾ ਸਾਈਜ਼ ਨਾਲ ਕਈ ਪੇਸ਼ੈਂਟ ਮੇਰੇ ਕੋਲ ਆਉਂਦੇ ਹੈ ਜਿਨ੍ਹਾਂ ਨੂੰ ਦੱਸਿਆ ਗਿਆ ਹੁੰਦਾ ਹੈ ਕਿ ਤੁਹਾਡੀ ਬੱਚੇਦਾਨੀ ਦਾ ਸਾਈਜ਼ ਬੜਾ ਛੋਟਾ ਹੈ, ਪਰ ਯਾਰ ਇਹ ਤਾਂ ਕੁਦਰਤ ਦੀ ਦੇਣ ਹੈ। ਬੱਚੇਦਾਨੀ ਇੱਕ ਇਹੋ ਜਿਹੀ ਔਰਗਨ ਹੈਗੀ ਹੈ ਜਿਹੜੀ ਬੱਚੇ ਦੇ ਨਾਲ ਨਾਲ ਵੱਧਦੀ ਹੈ। ਤੁਸੀਂ ਹੈਰਾਨ ਹੋਵੋਗੇ, ਇੱਕ ਚੀਕੂ ਦੇ ਸਾਈਜ਼ ਦੀ ਬੱਚੇਦਾਨੀ ਜਦੋਂ 3.5 ਕਿਲੋ ਦਾ ਬੇਬੀ ਹੁੰਦਾ ਉਹ ਐਡੀ ਵੱਡੀ ਹੋ ਜਾਂਦੀ ਹੈ। ਸੋ ਬੱਚੇਦਾਨੀ ਦੇ ਸਾਈਜ਼ ਕਰਕੇ ਇਨਫਰਟੀਲਿਟੀ ਦਾ ਚਾਂਸ ਨਹੀਂ ਹੁੰਦਾ। ਬਹੁਤ ਔਖਾ ਰੀਜ਼ਨ ਹੁੰਦਾ, ਕੋਈ ਲੱਖਾਂ ਦੇ ਵਿੱਚ ਇੱਕ ਕਾਰਨ ਹੋ ਸਕਦਾ ਕਿ ਬੱਚੇਦਾਨੀ ਦਾ ਸਾਈਜ਼ ਤੁਹਾਡੀ ਬਾਂਝਪਨ ਦਾ ਵਿੱਚੋਂ ਕਾਰਨ ਬਣੇ। ਸੋ ਨੰਬਰ 2 ਕਿ ਬੱਚੇਦਾਨੀ ਦੇ ਵਿੱਚ ਕੋਈ ਰਸੌਲੀ ਤਾਂ ਨਹੀਂ ਹੈਗੀ, ਕੋਈ ਪੋਲਿਪ ਤਾਂ ਨਹੀਂ ਹੈਗਾ ਐਂਡੋਮੀਟਰੀਅਲ। ਜੇ ਕੋਈ ਰਸੌਲੀ ਹੈ ਤਾਂ ਰਸੌਲੀ ਵੀ ਬਾਂਝਪਨ ਦੇ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰਦੀ, ਬੱਚੇ ਹੋਣ ਦੇ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਕਰਦੀ ਅਨਟਿਲ ਅਨਲੈਸ ਉਹ ਸਬ ਮਿਊਕੋਜ਼ਲ ਨਾ ਹੋਵੇ ਕਿ ਬੱਚੇਦਾਨੀ ਦੀ ਜਿਹੜੀ ਅੰਦਰਲੀ ਕੈਵਿਟੀ ਜਿੱਥੇ ਬੱਚੇ ਨੇ ਬਣਨਾ ਹੁੰਦਾ ਉਹਨੂੰ ਪ੍ਰੈਸ ਨਾ ਕਰਦੀ ਹੋਵੇ ਜਾਂ ਉੱਥੋਂ ਬਲੱਡ ਸਪਲਾਈ ਬਹੁਤ ਜ਼ਿਆਦਾ ਸੱਕ ਨਾ ਕਰਦੀ ਹੋਵੇ ਕਿ ਸਾਡੇ ਬੱਚੇ ਜਦੋਂ ਇੰਪਲਾਂਟ ਹੁੰਦਾ ਉੱਥੇ ਜਾ ਕੇ ਓਵਮ ਉਹਨੂੰ ਖੁਰਾਕ ਹੀ ਨਾ ਮਿਲੇ ਪੂਰੀ। ਇਦੋਂ ਇਲਾਵਾ ਮਕੈਨੀਕਲ ਪ੍ਰੈਸ਼ਰ ਨਾ ਪਾਉਂਦੀ ਹੋਵੇ ਕਿ ਬੱਚੇਦਾਨੀ ਦੀ ਰਸੌਲੀ ਦੀ ਜਿਹੜੀ ਐਂਡੋਮੀਟਰੀਅਮ ਹੈ ਉਹ ਕੰਪਰੈਸ ਹੋ ਜੇ ਅਤੇ ਉਹਨੂੰ ਖੁੱਲ੍ਹਣ ਦਾ ਮੌਕਾ ਨਾ ਮਿਲੇ। ਇਦੋਂ ਇਲਾਵਾ ਬੱਚੇਦਾਨੀ ਦੀ ਰਸੌਲੀ ਬੱਚੇ ਹੋਣ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਕਰਦੀ। ਤੁਸੀਂ ਹੈਰਾਨ ਹੋਵੋਗੇ, ਸਾਡੇ ਕੋਲ ਜਦੋਂ ਅਸੀਂ ਉੱਧਰ ਘਾਮੰਡੀ ਚੌਂਕ 'ਚ ਅਸੀਂ ਕੰਮ ਕਰਦੇ ਸੀਗੇ, ਸਾਡੇ ਕੋਲ 16 ਸੈਂਟੀਮੀਟਰ ਧੁੰਨੀ ਤੱਕ ਉਹਨਾਂ ਦੀ ਰਸੌਲੀ ਸੀਗੀ। ਬਰੀ ਵਾਲੇ ਦਾ ਕੇਸ ਸੀਗੇ, ਦੋਵੇਂ ਟੀਚਰ ਸੀਗੇ ਔਰ ਸਭ ਨੇ ਉਹਨਾਂ ਨੂੰ ਇਹ ਕਹਿਤਾ ਸੀਗਾ ਵੀ ਰਸੌਲੀ ਕਢਾਓ, ਪਰ ਉਹ ਡਰਦੇ ਸੀ, ਰਸੌਲੀ ਕਢਾਉਂਦੇ ਸੀ ਅਤੇ ਨਾਲ ਬੱਚੇਦਾਨੀ ਦੀ ਸ਼ੇਪ ਡਿਸਟੋਰਟ ਹੁੰਦੀ ਸੀਗੀ। ਉਹਨਾਂ ਨੂੰ ਇਹ ਵੀ ਦੱਸਿਆ ਜਾਂਦਾ ਸੀਗਾ ਵੀ ਜੇ ਤੁਸੀਂ ਰਸੌਲੀ ਕਢਾਓਗੇ ਬੱਚਾ ਹੋਣ ਦੀ ਫਿਰ ਵੀ ਗਰੰਟੀ ਨਹੀਂ ਹੈਗੀ। ਤਾਂ ਉਹ ਵਿਚਾਰੇ ਬੜੇ ਘਬਰਾਏ ਹੋਏ ਸੀ, PGI ਤੱਕ ਜਾ ਆਏ ਸੀਗੇ। ਅਸੀਂ ਡਿਸਾਈਡ ਕੀਤਾ ਕਿ ਲੈਟਸ ਗਿਵ ਇਟ ਟਰਾਈ ਕਿ ਬੱਚੇਦਾਨੀ ਦੀ ਰਸੌਲੀ ਦੇ ਸਮੇਤ ਅਸੀਂ ਇਨਫਰਟੀਲਿਟੀ ਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਔਰ ਬੜੀ ਸਕਸੈਸਫੁਲੀ ਉਹਨਾਂ ਦੀ ਪ੍ਰੈਗਨੈਂਸੀ ਅਚੀਵ ਹੋਈ ਅਤੇ ਉਹਨਾਂ ਦੀ ਬੇਟੀ ਹੋਈ ਸੀਗੀ, ਮੈਨੂੰ ਯਾਦ ਹੈ ਵੇ ਬੈਕ ਇਨ 2004। ਔਰ ਸੋ ਮੇਰਾ ਪਰਸਨਲ ਐਕਸਪੀਰੀਅੰਸ ਹੈ, ਮੈਂ ਡੇਲੀ ਦੇਖਦਾ ਕਿ ਜਿਨ੍ਹਾਂ ਦੇ ਬੱਚੇਦਾਨੀ 'ਚ ਰਸੌਲੀਆਂ ਹੁੰਦੀਆਂ ਉਹਨਾਂ ਦੇ ਬੱਚੇ ਆਰਾਮ ਨਾਲ ਹੁੰਦੇ, ਕੋਈ ਐਸੀ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਨੰਬਰ 3 'ਤੇ ਆ ਜਾਂਦਾ ਹੈ ਕਿ ਜਿਹੜੀ ਬੱਚੇਦਾਨੀ ਦੇ ਐਂਡੋਮੀਟਰੀਅਮ ਦੇ ਵਿੱਚ ਕੀ ਕਹਿੰਦੇ ਹੈ ਪੋਲਿਪ ਹੈਗਾ ਕੋਈ, ਉਹਦੇ ਅੰਦਰ ਪੋਲਿਪ ਇੱਕ ਗਿਲਗਿਰੀ ਜੀ ਬਹੁਤ ਹੀ ਸੌਫਟ ਜਿਹਾ ਟਿਸ਼ੂ ਹੁੰਦਾ ਹੈ ਜਿਹੜਾ ਕਿ ਬੱਚੇਦਾਨੀ ਦੀ ਅੰਦਰਲੀ ਐਂਡੋਮੀਟਰੀਅਲ ਲੇਅਰ ਦੇ ਵਿੱਚ ਹੁੰਦਾ। ਸੋ ਪੋਲਿਪ ਦਵਾਈਆਂ ਨਾਲ ਵੀ ਠੀਕ ਹੋ ਸਕਦਾ ਹੈ, ਪੋਲਿਪ ਇੱਕ ਛੋਟੀ ਜਿਹੀ ਸਰਜਰੀ ਨਾਲ ਵੀ ਠੀਕ ਹੋ ਸਕਦਾ ਹੈ, ਪੋਲਿਪ ਆਪਣੇ ਆਪ ਵੀ ਠੀਕ ਹੋ ਸਕਦਾ। ਸੋ ਉਹ ਵੀ ਬੱਚੇ ਦਾ ਇਨਫਰਟੀਲਿਟੀ ਦੇ ਵਿੱਚ ਰੁਕਾਵਟ ਨਹੀਂ ਪੈਦਾ ਕਰਦਾ। ਤੀਜੀ ਹੈਗੀ ਹੈ ਕਿ ਓਵਰੀਜ਼ ਨੂੰ ਦੇਖਣ ਵਾਸਤੇ, ਜੇ ਓਵਰੀਜ਼ ਦੇ ਵਿੱਚ ਕੋਈ ਸਿਸਟ ਹੈਗੀ ਹੈ, ਜੇ ਉਹਨਾਂ ਦੇ ਵਿੱਚ ਕੋਈ ਪਾਣੀ ਦੀ ਗੰਢ ਹੈ। ਹੁਣ ਬੱਚੇਦਾਨੀ ਦੇ ਨਾਲ ਜਿਹੜੀ ਉਹ ਅੰਡਕੋਸ਼ ਹੈਗੇ ਹੈ, ਅੰਡਕੋਸ਼ਾਂ ਦੇ ਵਿੱਚ
ਐਗਜ਼ ਨੇ ਬਣਨਾ ਹੀ ਹੈ। ਯੂ ਆਰ ਬੋਰਨ ਵਿਦ 3 to 4 lakhs ਆਫ ਐਗਜ਼। ਤੁਸੀਂ ਹੈਰਾਨ ਹੋਗੇ, ਕੱਲ੍ਹ ਪਰਸੋਂ ਮੈਂ ਇੱਕ ਲੇਡੀ ਨੂੰ ਕਹਿ ਰਿਹਾ ਸੀਗਾ ਕਿ ਕੀ ਤੁਹਾਨੂੰ ਪਤਾ ਹੈ, ਉਹ ਸ਼ੀ ਵਾਜ਼ ਕੈਰਿੰਗ ਪ੍ਰੈਗਨੈਂਟ ਸੀਗੀ, ਅਤੇ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਜਿਹੜਾ ਤੇਰਾ ਬੱਚਾ ਹੈ ਉਹ ਆਪਦੀ ਨਾਨੀ ਦੇ ਪੇਟ ਦੇ ਵਿੱਚ ਕਿਸੇ ਟਾਈਮ ਰਿਹਾ ਹੈ। ਉਹ ਬੜੀ ਹੈਰਾਨ ਹੋਈ, ਕਿਉਂਕਿ ਜਿਹੜੇ ਐਗਜ਼ ਹੈਗੇ ਆ ਤੁਹਾਡੇ ਗਰਭ ਦੇ ਵਿੱਚ ਜਿਹੜਾ ਬੱਚਾ ਹੁੰਦਾ ਉਹਨਾਂ ਦੇ ਅੰਦਰ ਜਦੋਂ ਲੇਡੀ ਮੰਨ ਲਓ ਫੋਰ ਐਗਜ਼ਾਮਪਲ ਲੇਡੀ ਹੈਗੀ ਹੈ, ਉਹਦੀ ਅੰਡਕੋਸ਼ ਦੇ ਵਿੱਚ ਉਹ ਐਗਜ਼ ਪਹਿਲਾਂ ਹੀ ਬਣ ਜਾਂਦੇ ਹੈ, ਉਹਦੇ ਜਨਮ ਲੈਣ ਤੋਂ ਪਹਿਲਾਂ ਹੀ। ਸੋ ਇਹ ਚੀਜ਼ਾਂ ਐਗਜ਼ ਜਿਹੜੇ ਹੈਗੇ ਆ ਉਹਨਾਂ ਦੀ ਡਿਵੈਲਪਮੈਂਟ ਹੋਣੀ ਜ਼ਰੂਰੀ ਹੈ। ਇੱਕ ਵੇਲੇ ਦੇ ਵਿੱਚ ਆਮ ਤੌਰ 'ਤੇ ਇੱਕ ਵਾਰੀ ਸੱਜੇ ਪਾਸੇ ਇੱਕ ਵਾਰੀ ਖੱਬੇ ਪਾਸੇ ਆਂਡਾ ਬਣਦਾ ਹੈ। ਡੇ 2 ਜਦੋਂ ਤੁਹਾਡੇ ਮੈਂਸਿਸ ਆਉਂਦੇ ਆ ਉਹਨੂੰ ਡੇ 1 ਕਹਿੰਦੇ ਆ। ਡੇ 1 ਤੋਂ ਲੈ ਕੇ ਡੇ 14 ਤੱਕ ਉਹ ਐਗ ਮੈਚੋਰ ਹੁੰਦਾ ਹੈ। ਉਹਦਾ ਸਾਈਜ਼ 1 mm 2 mm ਤੋਂ ਲੈ ਕੇ 28 mm ਤੱਕ ਚਲਾ ਜਾਂਦਾ, 20 ਤੋਂ 28 mm ਤੱਕ ਚਲਾ ਜਾਂਦਾ, ਅਤੇ 20 ਤੋਂ 28 mm ਦੇ ਵਿਚਾਲੇ ਉਹ ਕਿਸੇ ਵੀ ਟਾਈਮ ਰਪਚਰ ਹੋ ਜਾਂਦਾ। 20 ਤੋਂ 22 mm 24 mm ਕਿਸੇ ਦਾ 26 mm 'ਤੇ ਜਾ ਕੇ ਰਪਚਰ ਹੁੰਦਾ ਅਤੇ ਉਹਦੇ ਵਿੱਚੋਂ ਓਵਮ ਰਿਲੀਜ਼ ਹੁੰਦਾ। ਫਿਰ ਓਵਮ ਅਤੇ ਸ਼ੁਕਰਾਣੂ ਦਾ ਮੇਲ ਹੁੰਦਾ ਟਿਊਬਾਂ ਦੇ ਵਿੱਚ ਓਵਮ ਅਤੇ ਸ਼ੁਕਰਾਣੂ ਦਾ ਮੇਲ ਹੋ ਕੇ ਜਾਈਗੋਟ ਬਣ ਕੇ ਉਹ ਆਉਂਦਾ ਬੱਚੇਦਾਨੀ 'ਚ। ਫਿਰ ਉੱਥੇ ਇੰਪਲਾਂਟੇਸ਼ਨ ਹੁੰਦੀ ਹੈ, ਉੱਥੇ ਜਾ ਕੇ ਬੱਚਾ ਵਧਣਾ ਫੁੱਲਣਾ ਸ਼ੁਰੂ ਹੋ ਜਾਂਦਾ। ਸੋ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਅੰਡਕੋਸ਼ ਦੇ ਵਿੱਚ ਕੋਈ ਰਸੌਲੀ ਤਾਂ ਨਹੀਂ ਬਣੀ ਹੋਈ, ਕੋਈ ਬਲੀਡਿੰਗ ਨਾਲ ਹੈਮੈਟੋਮੈਟ ਤਾਂ ਨਹੀਂ ਬਣੀ ਹੋਈ, ਹੈਮਰੇਜਿਕ ਸਿਸਟ ਤਾਂ ਨਹੀਂ ਬਣੀ ਹੋਈ, ਕੋਈ ਚੋਕਲੇਟ ਸਿਸਟ ਤਾਂ ਨਹੀਂ ਬਣੀ ਹੋਈ, ਕੋਈ ਹੋਰ ਤਾਂ ਨਹੀਂ ਪ੍ਰੋਬਲਮ ਹੈਗੀ ਜਿਹੜੀ ਓਵਰੀਜ਼ ਨੂੰ ਅੰਡਕੋਸ਼ ਨੂੰ ਖਰਾਬ ਕਰ ਰਹੀ ਹੋਵੇ। ਠੀਕ ਹੈ, ਇਹ ਸਾਰੀ ਚੀਜ਼ਾਂ ਦੇਖਣੀਆਂ ਜ਼ਰੂਰੀ ਹੈ। ਔਰ ਨੰਬਰ 3 'ਤੇ ਆ ਜਾਂਦੀ ਹੈ ਟਿਊਬਾਂ ਦੀ ਪੋਟੈਂਸੀ। ਜਿਹੜਾ ਸਾਡਾ ਪੁਰਾਣਾ ਮੈਥਡ ਸੀਗਾ ਉਹਦੇ ਵਿੱਚ ਅਸੀਂ HSG ਕਰਦੇ ਹੁੰਦੇ ਸੀਗੇ ਕਿ ਟਿਊਬਾਂ ਦੇ ਵਿੱਚ ਇੱਕ ਡਾਈ ਆਉਂਦੀ ਹੈ, ਡਾਈ ਪਾ ਕੇ ਉਹਨੂੰ ਐਕਸਰੇ ਉੱਤੇ ਦੇਖਿਆ ਜਾਂਦਾ ਸੀ ਕਿ ਟਿਊਬਾਂ ਠੀਕ ਕੰਮ ਕਰ ਰਹੀਆਂ ਕਿ ਨਹੀਂ ਠੀਕ ਕੰਮ ਕਰ ਰਹੀਆਂ। ਮਾਡਰਨ ਮੈਡੀਸਿਨ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਬਹੁਤ ਪਹਿਲਾਂ ਤੋਂ ਸੋਨੋਸਾਲਪਿੰਗੋਗ੍ਰਾਫੀ ਕਰਦੇ ਹਾਂ, ਅਲਟਰਾਸਾਊਂਡ ਗਾਈਡਡ। ਅਸੀਂ ਉਹਦੇ ਵਿੱਚ ਸਿੰਪਲ ਪਾਣੀ ਅਤੇ ਐਂਟੀਬਾਇਓਟਿਕ ਦਾ ਕਈ ਵਾਰੀ ਕੰਬਾਈਨਡ ਪਾ ਕੇ ਉਹਨੂੰ ਦੇਖੀਦਾ ਕਿ ਦੋਵੇਂ ਪਾਸੇ ਟਿਊਬਸ ਦੇ ਵਿੱਚ ਸਪਿਲ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਉਹ ਲੈਸ ਪੇਨਫੁਲ ਹੈ, ਪੇਨਫੁਲ ਨਹੀਂ ਹੁੰਦਾ, ਈਜ਼ੀ ਹੈ, ਔਰ ਇਹਦੇ ਵਿੱਚ ਕੋਈ ਐਕਸਰੇ ਦਾ ਐਕਸਪੋਜ਼ਰ ਨਹੀਂ ਹੈਗਾ, ਕੋਈ ਡਾਈ ਦਾ ਐਕਸਪੋਜ਼ਰ ਨਹੀਂ ਹੈਗਾ। ਸੋ ਈਜ਼ੀ ਪ੍ਰੋਸੈਸ ਹੈਗਾ ਔਰ ਬੜੇ ਆਸਾਨੀ ਦੇ ਨਾਲ ਉਹ ਕੀਤਾ ਜਾਂਦਾ ਹੈ। ਨੰਬਰ 2 'ਤੇ ਐਂਟੀਬਾਇਓਟਿਕ ਜਦੋਂ ਅਸੀਂ ਉਹਦੇ ਨਾਲ ਮਿਕਸ ਕਰ ਦਿੰਦੇ ਹਾਂ, ਅਤੇ ਜੇ ਇਨਫੈਕਸ਼ਨ ਪੈਲਵਿਕ ਇਨਫਲੈਮੇਟਰੀ ਕੋਈ ਇਨਫੈਕਸ਼ਨ ਹੈਗੀ ਹੈ ਉਹ ਵੀ ਨਾਲ ਦੂਰ ਹੋ ਜਾਂਦੀ ਹੈ। ਸੋ ਇਹ ਤਾਂ ਹੋ ਗਿਆ ਬੇਸਲਾਈਨ ਸਕੈਨ ਅਤੇ ਟਿਊਬਲ ਪੋਟੈਂਸੀ ਚੈੱਕ। ਹੁਣ ਉਦੋਂ ਬਾਅਦ ਰੋਲ ਆ ਜਾਂਦਾ ਹੈ ਕਿ ਅਸੀਂ ਇਹ ਦੇਖ ਲਿਆ ਕਿ ਬਿਲਕੁਲ ਇਹ ਠੀਕ ਹੈਗਾ, ਸ਼ੀ ਇਜ਼ ਰੈਡੀ ਟੂ ਗੋ ਫॉर ਇਨਫਰਟੀਲਿਟੀ ਟਰੀਟਮੈਂਟ। ਉਹਦੇ ਵਿੱਚ ਅਸੀਂ ਐਗ ਬਣਨ ਦੀਆਂ ਦਵਾਈਆਂ ਵੀ ਦੇ ਸਕਦੇ ਹਾਂ, ਔਰ ਉਹਨਾਂ ਦਵਾਈਆਂ ਦੇ ਨਾਲ ਇੱਕ ਤੋਂ ਜ਼ਿਆਦਾ ਐਗ ਆਮ ਤੌਰ 'ਤੇ ਬਣਦੇ ਹੈ। ਹੁਣ ਐਗ ਬਣਨ ਦੇ ਦੌਰਾਨ ਸਾਨੂੰ ਇੱਕ ਜੇ ਬੇਸਲਾਈਨ ਸਕੈਨ ਹੋਇਆ ਫਿਰ ਸਾਨੂੰ ਚੌਥੇ ਪੰਜਵੇਂ ਦਿਨ ਤੋਂ ਐਗ ਦੀ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ। ਜਦੋਂ ਤੱਕ ਉਹ 10 mm ਦਾ ਨਹੀਂ ਪਹੁੰਚ ਜਾਂਦਾ, 10 mm ਦੇ ਐਗ ਨੂੰ ਅਸੀਂ ਡੋਮੀਨੈਂਟ ਫੋਲੀਕਲ ਕਹਿੰਦੇ ਹਾਂ। ਜੇ ਉਹ ਡੋਮੀਨੈਂਟ ਫੋਲੀਕਲ ਹੋ ਜਾਂਦਾ ਹੈ ਤਾਂ ਉਹਦੀ ਅਸੀਂ ਗਰੋਥ ਦੇਖਦੇ ਹਾਂ ਕਿ ਉਹ ਮੈਚੋਰ ਹੋ ਗਿਆ ਕਿ ਨਹੀਂ ਹੋ ਗਿਆ। ਡੇ 14 ਤੱਕ ਸਾਨੂੰ ਸੀਰੀਅਲ ਸਕੈਨ ਕਰਨੇ ਪੈਂਦੇ ਹੈ। ਇਹ ਸਕੈਨ ਵਾਸਤੇ ਸਾਨੂੰ TVS ਸਕੈਨ ਪ੍ਰੈਫਰ ਕਰਨਾ ਚਾਹੀਦਾ ਹੈ, ਜਿਹੜਾ ਕਿ ਅੰਦਰੂਨੀ ਹਿੱਸੇ ਦੇ ਵਿੱਚ ਆ ਵਾਲੇ ਪ੍ਰੋਬ ਨਾਲ ਹੁੰਦਾ ਹੈ। ਕਿਉਂਕਿ ਜਿਹੜੀ ਆਮ ਸਿਸਟ ਹੈਗੀ ਹੈ, ਜੇ ਕੋਈ ਆਮ ਐਗ ਹੈਗਾ, ਜੇ ਉਹਦੇ 'ਚ ਕੋਈ ਬਲੀਡਿੰਗ ਹੋ ਜਾਂਦੀ ਹੈ, ਉਹ ਉੱਪਰ ਵਾਲੇ ਸਕੈਨ ਦੇ ਵਿੱਚ ਨਹੀਂ ਦਿਖਦੀ ਕਿਉਂਕਿ ਫਾਈਨ ਇਕੋਜ਼ ਹੁੰਦੀਆਂ। ਔਰ ਇਹ ਜਿਹੜੀ ਪ੍ਰੋਬ ਹੈਗੀ ਹੈ ਇਹ ਬੱਚੇਦਾਨੀ ਦੇ ਕੋਲੇ ਪਹੁੰਚ ਕੇ, ਅੰਡਕੋਸ਼ ਦੇ ਕੋਲੇ ਪਹੁੰਚ ਕੇ ਇਹਨੂੰ ਬਹੁਤ ਡਿਟੇਲ ਮਾਈਨਿਊਟਲੀ ਅਸੀਂ ਉਹਦੀ ਬਲੱਡ ਸਪਲਾਈ ਤੱਕ ਦੇਖ ਸਕਦੇ ਹਾਂ। ਅੰਡਕੋਸ਼ ਦੀ ਜੇ ਫੋਲੀਕਲ ਦੀ ਅਸੀਂ ਬਲੱਡ ਸਪਲਾਈ ਦੇਖ ਸਕਦੇ ਹਾਂ, ਐਂਟਰਲ ਫੋਲੀਕਲ ਕਾਊਂਟ ਕਰ ਸਕਦੇ ਹਾਂ ਕਿ ਕਿੰਨੇ ਫੋਲੀਕਲ ਚੱਲ ਰਹੇ ਹੈ, ਕਿੰਨੇ ਅਵੇਲੇਬਲ ਹੈ ਸਾਡੇ ਕੋਲ, ਕਿੰਨੇ ਗਰੋ ਕਰ ਰਹੇ ਹੈ, ਉਹਨਾਂ ਸਾਰਿਆਂ ਦੀ ਕਾਊਂਟਿੰਗ ਹੋ ਸਕਦੀ ਹੈ, ਉਹਨਾਂ ਦਾ ਵੋਲੀਊਮ ਕੱਢਿਆ ਜਾ ਸਕਦਾ ਹੈ। ਫਿਰ ਬੱਚੇਦਾਨੀ ਦੀ ਫਲੋ ਦੇਖਿਆ ਜਾ ਸਕਦਾ, ਐਂਡੋਮੀਟਰੀਅਲ ਫਲੋ ਦੇਖਿਆ ਜਾ ਸਕਦਾ। ਹੁਣ ਜੇ ਐਂਡੋਮੀਟਰੀਅਮ ਦਾ ਫਲੋ ਹੀ ਨਹੀਂ ਪ੍ਰੋਪਰ ਹੋਏਗਾ ਤਾਂ ਜੇ ਓਮ ਆ ਕੇ ਉੱਥੇ ਇੰਪਲਾਂਟ ਕਰਨ ਦੀ ਕੋਸ਼ਿਸ਼ ਕਰੇਗਾ, ਉਹਨੂੰ ਖੁਰਾਕ ਨਹੀਂ ਮਿਲੇਗੀ, ਉਹ ਬੱਚਾ ਗਿਰ ਜਾਂਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਪ੍ਰੈਗਨੈਂਸੀ ਹੋ ਜਾਂਦੀ ਹੈ ਪਰ ਗਿਰ ਜਾਂਦੀ ਹੈ। ਕਿਉਂ ਗਿਰ ਜਾਂਦੀ ਹੈ? ਉਹਦਾ ਕਾਰਨ ਇੱਥੋਂ ਨਿਕਲਦਾ ਕਿ ਉਹਨੂੰ ਖੁਰਾਕ ਪੂਰੀ ਉੱਥੋਂ ਮਿਲਦੀ ਹੈ, ਬਲੱਡ ਸਪਲਾਈ ਉੱਥੇ ਪੂਰੀ ਜਾ ਰਹੀ ਹੈ, ਐਂਡੋਮੀਟਰੀਅਲ ਥਿਕਨੈਸ ਪੂਰੀ ਹੋ ਰਹੀ ਹੈ। ਐਂਡੋਮੀਟਰੀਅਲ ਥਿਕਨੈਸ 7 mm ਕ੍ਰਿਟੀਕਲ ਹੈਗੀ ਹੈ ਫॉर ਪ੍ਰੈਗਨੈਂਸੀ ਟੂ ਅਚੀਵ। 7 mm ਤੋਂ ਜਦੋਂ ਥੱਲੇ ਜੇ ਰਹਿੰਦੀ ਹੈ, 2-3 mm 4 mm 5 mm ਰਹਿੰਦੀ ਹੈ ਤਾਂ ਉਹਦੇ 'ਚ ਪ੍ਰੈਗਨੈਂਸੀ ਹੋਣ 'ਚ
ਪ੍ਰੋਬਲਮ ਆਉਂਦੀ ਹੈ ਜਾਂ ਪ੍ਰੈਗਨੈਂਸੀ ਦੇ ਲਾਸ ਹੋਣ ਦਾ ਖਤਰਾ ਹੋ ਜਾਂਦਾ। ਸੋ ਜੇ ਉਹ ਪਤਲੀ ਹੋਵੇ ਅੰਦਰਲੀ ਝਿੱਲੀ ਤਾਂ ਉਹਦੇ ਵਾਸਤੇ ਵੀ ਦਵਾਈਆਂ ਦਿੱਤੀਆਂ ਜਾ ਸਕਦੀਆਂ ਤਾਂ ਕਿ ਐਂਡੋਮੀਟਰੀਅਲ ਦੀ ਗਰੋਥ ਹੋ ਸਕੇ। ਨੰਬਰ 3 ਤੇ ਫਿਰ ਇਹਦੇ ਵਿੱਚ ਸੀਰੀਅਲ ਸਕੈਨ ਹੁੰਦੇ ਆ, ਕੋਈ 2-2 ਦਿਨ ਬਾਅਦ, ਕੋਈ 3 ਦਿਨ ਬਾਅਦ, ਕੋਈ 4 ਦਿਨ ਬਾਅਦ। ਉਹ ਅਸੀਂ ਐਗਸ ਦੀ ਫੋਲੀਕਲ ਦੀ ਗਰੋਥ ਦੇਖ ਕੇ ਉਹ ਅਸੀਂ ਪੇਸ਼ੈਂਟ ਨੂੰ ਗਾਈਡ ਕਰ ਦਿੰਦੇ ਹਾਂ ਵੀ ਕਿਵੇਂ ਕਰਾਉਣਾ, ਅਤੇ ਉਹ 3-4 ਸਕੈਨ ਉਦੋਂ ਜ਼ਰੂਰੀ ਹੁੰਦੇ ਆ। ਜਦੋਂ ਇੱਕ ਵਾਰੀ ਰਪਚਰ ਹੋ ਗਿਆ, ਰਪਚਰ ਨੂੰ ਅਸੀਂ ਪ੍ਰੈਡਿਕਟ ਨਹੀਂ ਕਰ ਪਾਉਂਦੇ। ਰਪਚਰ 20 mm ਤੋਂ ਲੈ ਕੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, 28 mm ਤੱਕ ਕਦੇ ਵੀ ਹੋ ਸਕਦਾ ਹੈ। 14ਵੇਂ ਦਿਨ ਵੀ ਹੋ ਸਕਦਾ ਅਤੇ 16ਵੇਂ ਦਿਨ ਵੀ ਹੋ ਸਕਦਾ ਹੈ, ਕਈ ਵਾਰੀ 13ਵੇਂ ਦਿਨ ਹੀ ਹੋ ਜਾਂਦਾ ਹੈ। ਸੋ ਉਹ ਟਾਈਮਿੰਗ ਸਾਨੂੰ ਪ੍ਰੋਪਰ ਨਹੀਂ ਆਉਂਦਾ, ਪਰ ਅਲਟਰਾਸਾਊਂਡ 'ਤੇ ਥੋੜ੍ਹੀ ਜਿਹੀ ਇੰਡੀਕੇਸ਼ਨ ਆ ਜਾਂਦੀ ਹੈ, ਉੱਥੋਂ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਡਕੋਸ਼ ਕਿ ਇੱਥੋਂ ਰਪਚਰ ਹੋਣ ਵਾਲਾ ਹੈ। ਇੰਪੈਂਡਿੰਗ ਰਪਚਰ ਅਸੀਂ ਦੇਖ ਸਕਦੇ ਹਾਂ, ਪਰ ਰਪਚਰ ਹੋਣ ਦੀ ਟਾਈਮਿੰਗ ਨਹੀਂ ਸਾਨੂੰ ਪਤਾ ਲੱਗਦੀ। ਉਹ ਸਾਨੂੰ ਅਲਟਰਾਸਾਊਂਡ ਸੀਰੀਅਲ ਕਰਕੇ ਉਦੋਂ ਬਾਅਦ ਦੇਖਿਆ ਜਾਂਦਾ ਹੈ। ਰਪਚਰ ਹੋਣ ਤੋਂ ਬਾਅਦ ਸਾਨੂੰ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕੋਈ ਓਵਰਗਰੋ ਹੋ ਕੇ ਫੋਲੀਕਲ ਕੋਈ ਫੰਕਸ਼ਨਲ ਸਿਸਟ ਤਾਂ ਨਹੀਂ ਬਣ ਗਿਆ। ਜੇ ਉਹ 30 mm ਤੋਂ ਜ਼ਿਆਦਾ ਵੱਡੀ ਸਿਸਟ ਬਣ ਜਾਂਦੀ ਹੈ ਤਾਂ ਉਹ ਇੰਟਰਫੇਅਰ ਕਰਨ ਲੱਗ ਪੈਂਦੀ ਹੈ ਅਗਲੇ ਫੋਲੀਕਲ ਦੀ ਡਿਵੈਲਪਮੈਂਟ ਵਿੱਚ। ਜੇ ਮੰਨ ਲਓ ਉਸ ਸਾਈਕਲ ਦੇ ਵਿੱਚ ਪ੍ਰੈਗਨੈਂਸੀ ਹੋ ਜਾਂਦੀ ਹੈ ਜਿਹਦੇ ਵਿੱਚ ਸਿਸਟ ਬਣੀ ਹੋਈ ਹੈ, ਤਾਂ ਉਹ ਤਾਂ ਉਲਟਾ ਬੈਨੀਫੀਸ਼ੀਅਲ ਹੁੰਦੀ ਹੈ ਪ੍ਰੈਗਨੈਂਸੀ ਵਾਸਤੇ। ਬਟ ਜੇ ਉਸ ਸਾਈਕਲ ਦੇ ਵਿੱਚ ਪ੍ਰੈਗਨੈਂਸੀ ਨਹੀਂ ਹੁੰਦੀ ਤਾਂ ਉਹ ਅਗਲੇ ਸਾਈਕਲ ਦੇ ਵਿੱਚ ਜੇ ਆਪਾਂ ਸਟੀਮੂਲੇਸ਼ਨ ਦੇਣ ਦੀ ਨਹੀਂ ਜ਼ਰੂਰਤ ਹੈ, ਕਿਉਂਕਿ ਉਹ ਇੰਟਰਫੇਅਰ ਕਰਦੀ ਹੈ। ਸੋ ਇਸ ਕਰਕੇ ਅਲਟਰਾਸਾਊਂਡ ਦੀ ਉਦੋਂ ਵੀ ਜ਼ਰੂਰਤ ਰਹਿੰਦੀ ਹੈ। ਉਦੋਂ ਬਾਅਦ ਜੇ ਪ੍ਰੈਗਨੈਂਸੀ ਹੋ ਜਾਂਦੀ ਹੈ ਤਾਂ ਸਾਨੂੰ ਓਵਮ ਦੀ ਇੰਪਲਾਂਟੇਸ਼ਨ ਦੇਖਣੀ ਜ਼ਰੂਰੀ ਹੁੰਦੀ ਹੈ ਕਿ ਸ਼ੁਰੂਆਤ ਦੇ ਵਿੱਚ ਕਿ ਟਿਊਬ ਦੇ ਵਿੱਚ ਤਾਂ ਨਹੀਂ ਬੱਚਾ ਪ੍ਰੈਗਨੈਂਸੀ ਹੋ ਗਈ। ਟਿਊਬਲ ਪ੍ਰੈਗਨੈਂਸੀ ਇਜ਼ ਡੇਂਜਰਸ ਫॉर ਮਦਰ। ਡੇਂਜਰਸ ਬੇਬੀ ਵਾਸਤੇ ਤਾਂ ਡੇਂਜਰਸ ਇਹੀ ਹੈ ਕਿਉਂਕਿ ਉੱਥੇ ਸਰਵਾਈਵ ਕਰਨਾ ਪੋਸੀਬਲ ਹੀ ਨਹੀਂ ਹੈਗਾ ਟਿਊਬ ਦੇ ਵਿੱਚ, ਕਿਉਂਕਿ ਉੱਥੇ ਬਲੱਡ ਸਪਲਾਈ, ਉੱਥੇ ਇਨਵਾਇਰਮੈਂਟ ਹੀ ਉਸ ਤਰ੍ਹਾਂ ਦਾ ਨਹੀਂ ਹੈਗਾ। ਅਲਟੀਮੇਟਲੀ ਉਹਨੇ ਫਟਣਾ ਹੀ ਹੈ। ਫਟ ਕੇ ਕਈ ਵਾਰੀ ਅਬਡੋਮਨ 'ਚ ਆ ਜਾਂਦੀ ਹੈ ਤਾਂ ਬਲੀਡਿੰਗ ਹੁੰਦੀ ਹੈ ਬਹੁਤ ਜ਼ਿਆਦਾ, ਅਤੇ ਮਾਂ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। ਸੋ ਇੰਪਲਾਂਟੇਸ਼ਨ ਸਾਨੂੰ ਦੇਖਣੀ ਪੈਂਦੀ ਹੈ। ਫਿਰ ਜਿਹੜੀ ਪ੍ਰੈਗਨੈਂਸੀ ਹੋ ਗਈ ਉਹਦੀ ਗਰੋਥ ਦੇਖਣੀ ਜ਼ਰੂਰੀ ਹੈ। ਜਿਹੜਾ ਫਸਟ ਸਾਈਨ ਹੈਗਾ ਉਹਦਾ ਡੈਸੀਡੂਅਲ ਸੈਕਸ ਸਾਈਨ ਦੇਖਣਾ ਪੈਂਦਾ ਹੈ। ਜਿਵੇਂ ਜਿਵੇਂ ਪ੍ਰੈਗਨੈਂਸੀ ਗਰੋ ਕਰਦੀ ਹੈ ਫਿਰ ਫੀਟਲ ਹਾਰਟ ਦੇਖਦੇ ਹੈ। ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਤੀਜੇ ਮਹੀਨੇ ਦੇ ਸਕੈਨ ਕਰ ਲਿਆ ਤਾਂ ਕਿ ਬੱਚੇ ਦੀ ਨਿਊਕਲ ਥਿਕਨੈਸ ਵਗੈਰਾ ਅਸੀਂ ਦੇਖ ਸਕੀਏ, ਨਿਊਕਲ ਟ੍ਰਾਂਸਲੈਸੈਂਸੀ ਦੇਖ ਸਕੀਏ ਕਿ ਸਾਡੇ ਬੱਚੇ ਦੇ ਵਿੱਚ ਕੋਈ ਅਨੁਵੰਸ਼ਿਕ ਮੰਦ ਬੁੱਧੀ ਬੱਚਾ ਤਾਂ ਨਹੀਂ ਪੈਦਾ ਹੋ ਰਿਹਾ, ਕੋਈ ਟਰਾਈਸੋਮੀ ਹੋ ਰਹੀ ਹੈ, ਕੋਈ ਡਾਊਨ ਸਿੰਡਰੋਮ ਹੋ ਰਿਹਾ। 5ਵੇਂ ਮਹੀਨੇ ਦੇ ਵਿੱਚ ਜਾ ਕੇ ਲੈਵਲ 2 ਸਕੈਨ ਕਰਾ ਲੈਣਾ ਚਾਹੀਦਾ ਤਾਂ ਕਿ ਸਾਰੇ ਅੰਗ ਪੈਰ ਸਲਾਮਤ ਹੈਗੇ ਹੈ ਕਿ ਨਹੀਂ ਹੈਗੇ। ਉਦੋਂ ਬਾਅਦ ਬੱਚੇ ਦੀ ਗਰੋਥ ਹੈ। ਫਿਰ ਜੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਪ੍ਰੈਗਨੈਂਸੀ ਦੇ ਵਿੱਚ ਕਲਰ ਡੋਪਲਰ ਸਕੈਨ ਹੁੰਦਾ ਹੈ, ਜਿਹੜਾ ਕਿ ਆਮ ਰੂਟੀਨ ਦੇ ਵਿੱਚ ਆਮ ਡਾਕਟਰ ਨਹੀਂ ਕਰ ਪਾਉਂਦੇ, ਸਿਰਫ ਰੇਡੀਓਲੋਜਿਸਟ ਕਰਦੇ ਹੈ, ਪ੍ਰੋਪਰਲੀ ਕਰ ਪਾਉਂਦੇ ਹੈ ਕਿਉਂਕਿ ਉਹਨਾਂ ਦਾ ਐਂਗਲ ਵਗੈਰਾ ਉਸ ਟਾਈਪ ਨਾਲ ਲੈਣਾ ਪੈਂਦਾ ਹੈ। ਕਲਰ ਡੋਪਲਰ ਨਾਲ ਸਾਨੂੰ ਪ੍ਰੈਡਿਕਸ਼ਨ ਹੋ ਜਾਂਦੀ ਹੈ ਕਿ ਪ੍ਰੈਗਨੈਂਸੀ ਠੀਕ ਚੱਲ ਰਹੀ ਹੈ, ਉਹਦੇ ਬੱਚੇ ਦੀ ਗਰੋਥ ਠੀਕ ਹੋ ਰਹੀ ਹੈ, ਜਾਂ ਇੰਟਰਾਯੂਟਰਾਈਨ ਗਰੋਥ ਰਿਟਾਰਡੇਸ਼ਨ ਹੁੰਦੀ ਹੈ ਤਾਂ ਵੀ ਸਾਨੂੰ ਕਲਰ ਡੋਪਲਰ ਸਕੈਨ ਦੇਖਣਾ ਪੈਂਦਾ ਹੈ ਕਿ ਬੱਚੇ ਨੂੰ ਖੁਰਾਕ ਪੂਰੀ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਉਹਦੇ ਬ੍ਰੇਨ ਦੀ ਵੈਸਲ ਸਟੱਡੀ ਹੁੰਦੀਆਂ, ਉਹਦੇ ਲਿਵਰ ਦੀ ਵੈਸਲ ਸਟੱਡੀ ਹੁੰਦੀਆਂ, ਉਹਦਾ ਡੋਰਸਲ ਏਓਰਟਾ ਸਟੱਡੀ ਹੁੰਦਾ, ਮਾਂ ਦੀ ਯੂਟਰਨ ਆਰਟਰੀ ਸਟੱਡੀਜ਼ ਹੁੰਦੀਆਂ, ਅੰਬਲੀਕਲ ਆਰਟਰੀ ਧੁੰਨੀ ਦੇ ਵਿੱਚ ਜਿਹੜੀ ਕੌਰਡ ਹੁੰਦੀ ਹੈ ਉਹਦੀ ਆਰਟਰੀ ਜਿਹੜੀ ਉੱਥੋਂ ਸਪਲਾਈ ਤਾਂ ਐਕਚੁਅਲੀ ਬੱਚੇ ਦੀ ਅੰਬਲੀਕਸ 'ਚ ਜਾਂਦੀ ਹੈ ਨਾ, ਪਹਿਲਾਂ ਤਾਂ ਧੁੰਨੀ ਤੋਂ ਹੀ ਆਪਾਂ ਲੈਂਦੇ ਹਾਂ ਸਾਰੀ ਖੁਰਾਕ, ਉਹਨੂੰ ਸਪਲਾਈ ਪੂਰੀ ਜਾਂਦੀ ਹੈ। ਕਈ ਵਾਰੀ ਗੰਢ ਪੈ ਜਾਂਦੀ ਹੈ, ਕਈ ਵਾਰੀ ਟਰੂ ਨੋਟ ਪੈ ਜਾਂਦੀ ਹੈ, ਉਹਦੇ ਨਾਲ ਸਪਲਾਈ ਹੈਂਪਰ ਹੋਣੀ ਸ਼ੁਰੂ ਹੋ ਜਾਂਦੀ, ਬੱਚਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕਈ ਵਾਰੀ ਟਵਿਨ ਪ੍ਰੈਗਨੈਂਸੀ ਹੋ ਜਾਂਦੀ ਹੈ, ਕਈ ਵਾਰ ਕੁਆਡਰੂਪਲੇਟ ਪ੍ਰੈਗਨੈਂਸੀ ਹੋ ਜਾਂਦੀ ਹੈ, ਕਈ ਵਾਰੀ ਬੱਚੇ ਜੁੜੇ ਹੋ ਸਕਦੇ ਹੈ। ਜੁੜਵਾਂ ਬੱਚੇ ਆਪਾਂ ਦੇਖਦੇ ਹਾਂ ਜਿਹੜੇ ਇੱਕ ਦੂਜੇ ਨਾਲ ਠੀਕ ਹੈ ਬਿਲਕੁਲ ਹੀ ਜੁੜੇ ਹੋਣ ਸਿਰ ਪੈਰ ਨਾਲ। ਸੋ ਉਹੋ ਜਿਹੀ ਕੋਈ ਅਨੋਮਲੀ ਨਾ ਹੋਈ ਹੋਵੇ, ਉਸ ਕਰਕੇ ਸਾਰੇ ਅਲਟਰਾਸਾਊਂਡ ਸਾਨੂੰ ਜ਼ਰੂਰੀ ਹੈ। ਔਰ ਟਿਲ ਡਿਲੀਵਰੀ ਸਾਨੂੰ ਇਹ ਅਲਟਰਾਸਾਊਂਡ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਡਿਲੀਵਰੀ ਦੇ ਤੋਂ ਜਸਟ ਪਹਿਲਾਂ ਦੇਖਣ ਵਾਸਤੇ ਕਿ ਬੱਚਾ ਸਿੱਧਾ ਹੈ ਕਿ ਉਲਟਾ ਹੈ, ਬੱਚੇ ਦਾ ਵਜ਼ਨ ਕਿੰਨਾ ਹੈ, ਬੱਚੇ ਦੀ ਪੋਜੀਸ਼ਨ ਕੀ ਹੈ, ਬੱਚੇ ਦੀ ਕਮਰ ਕਿਹੜੀ ਪਾਸੇ ਹੈ, ਲੱਤ ਬਾਹਾਂ ਕਿਹੜੇ ਪਾਸੇ ਹੈ, ਸਿਰ ਕਿਹੜੇ ਪਾਸੇ ਹੈ। ਕਿਉਂਕਿ ਸਾਨੂੰ ਇਹ ਹੁੰਦਾ ਹੈ ਕਿ ਬੀਇੰਗ ਰੇਡੀਓਲੋਜਿਸਟ ਮੈਨੂੰ ਇਹ ਹੁੰਦਾ ਹੈ ਕਿ ਸਾਡੀ ਜਿਹੜੀ ਗਾਇਨੀ ਦੀ ਡਾਕਟਰ ਹੈ ਉਹ ਡਿਲੀਵਰੀ ਹੁੰਦੀ ਹੈ, ਆਮ ਤੌਰ 'ਤੇ ਡਿਲੀਵਰੀ ਹੁੰਦੀ ਹੈ ਰਾਤ ਨੂੰ, ਅਤੇ ਰਾਤ ਨੂੰ ਇੰਨੀ ਮੈਡੀਕਲ ਅਵੇਲੇਬਿਲਟੀ ਨਹੀਂ ਹੁੰਦੀ ਡਾਕਟਰਸ ਵਗੈਰਾ ਦੀ। ਜੇ ਉਹਨਾਂ ਨੂੰ ਰਾਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਬੜੀ ਦਿੱਕਤ ਆਉਂਦੀ ਹੈ, ਮਾਂ ਨੂੰ ਵੀ ਅਤੇ ਡਾਕਟਰ ਨੂੰ ਵੀ। ਅਤੇ ਅਸੀਂ ਉਹ ਸਾਰੀ ਚੀਜ਼ਾਂ ਪਹਿਲਾਂ ਹੀ ਦੇਖ ਲੈਂਦੇ ਹਾਂ ਕਿ ਬੱਚੇ ਦੀ ਪੋਜੀਸ਼ਨ ਕੀ ਹੈਗੀ ਹੈ, ਬੱਚੇ ਦੀ ਕਮਰ ਕਿਹੜੇ ਪਾਸੇ ਹੈ, ਲੱਤਾਂ ਕਿਹੜੇ ਪਾਸੇ ਹੈ, ਔਲ ਦੀ ਪੋਜੀਸ਼ਨ ਕੀ ਹੈ, ਅੱਗੇ ਹੈ ਕਿਤੇ ਬੱਚੇਦਾਨੀ ਦੇ ਮੂੰਹ ਦੇ ਅੱਗੇ ਤਾਂ ਨਹੀਂ ਔਲ ਆ ਰਹੀ, ਠੀਕ ਹੈ। ਔਰ ਗਲ ਦੇ ਵਿੱਚ ਕਈ ਵਾਰੀ ਨਾੜੂਆ ਹੁੰਦਾ, ਨਾੜੂਆ ਤਾਂ ਨਹੀਂ ਗਲ ਦੇ ਵਿੱਚ ਆ ਰਿਹਾ। ਇਹ ਸਾਰੀਆਂ ਚੀਜ਼ਾਂ ਦੇਖਣੀਆਂ ਇਹ ਅਲਟਰਾਸਾਊਂਡ ਦੀ ਰਿਪੋਰਟ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ। ਤੁਸੀਂ ਕੋਈ ਵੀ ਅਲਟਰਾਸਾਊਂਡ ਕਰਾਓ, ਕਿਤੋਂ ਵੀ ਕਰਾਓ, ਇਹ ਚੀਜ਼ਾਂ ਦੇਖੋ
ਕਿ ਤੁਹਾਡੇ ਡਾਕਟਰ ਨੇ ਲਿਖੀਆਂ ਵੀ ਗਲ ਦੇ ਵਿੱਚ ਨਾੜੂਆ ਹੈਗਾ ਕਿ ਨਹੀਂ ਹੈਗਾ, ਅੰਬਲੀਕਲ ਆਰਟਰੀ ਦਾ ਡੋਪਲਰ ਹੋਇਆ ਕਿ ਨਹੀਂ ਹੋਇਆ। ਅਸੀਂ ਤਾਂ ਰੂਟੀਨ ਦੇ ਵਿੱਚ ਨਾਰਮਲ ਸਕੈਨ ਦੇ ਵਿੱਚ ਵੀ ਡੋਪਲਰ ਕਰਕੇ ਦਿੰਦੇ ਹਾਂ। ਔਰ ऑल ਦੀ पोजीशन की है, अगे है, पिछे है, उपर है, नीचे है, इधरली साइड ते है कि इधरली साइड ते है, ऑल दी पिछली साइड ते कोई ब्लीडिंग तो नहीं हो रही, कुख दे विच पानी की कितनी मात्रा हैगी है, कुख का पानी पूरा हैगा, क्योंकि जे पानी घट होवे तो बच्चे की डिलीवरी की प्रॉब्लम आ जाती है। कई बार जे अंदरों सैग फटिया होया तो इन्फैक्शन उपर जा सकती है। सो बहुत सारे चीज़ां होंदियां जिहड़ियां देखण वालियां होंदियां। और अल्ट्रासाउंड का रोल असी बहुत अज के दिन दे विच बहुत ही ज़्यादा हैगा, स्पैशली इनफर्टिलिटी उदों बाद ऑबस्टैटिक्स दे विच। सो अज का मेरा जिहड़ा लैक्चर सीगा, अज का मेरा जिहड़ा तुहानूं समझाउण दा परपज़ ये सीगा कि तुहानूं वध तो वध जानकारी होवे, क्योंकि जिहड़ा जिसनूं बच्चा नहीं ना हो रहा हुंदा बड़ा ही घबराया हुंदा है, हर पासे निराश हुंदा है, बहुत सारे डॉक्टरों तो दवाई लै चुक्या हुंदा है, अद्धे क सवाल उहदे मन दे विच हुंदे जिहड़े घुम रहे हुंदे वो पुछ ही नहीं पा रहा हुंदा किसी डॉक्टर तो भी मैनूं यार की जरूरत हैगी, मैनूं फिर स्कैन लिखता, इहदा की फायदा सीगा, मैनूं एवें लिखता है ना। कई बार सारे मन दे विच आंदा खरा किते एवें तो नहीं लिखी जाते डॉक्टर भी की रोल है। जो सानूं आप नूं पता होऊगा तो असी बड़े आराम नाल काम करावांगे तो तुहानूं वैसे मानसिक सुकून मिलूगा। सो हुण तुसीं किहड़े टॉपिक दे उत्ते कोई मेरे तो जानकारी चाहते हो। अजकल लॉकडाउन हैगा तो थोड़ा जिहा मैं आपदे टाइमिंग्स शॉर्ट कीते, मैं 10 बजे तो लैके सिर्फ 5 बजे तक देखदा, उस तो बाद नहीं मैं बैठदा। एमरजेंसियां मैं बंद कीतियां होई हैं, मैं नहीं देख रहा। सो मैं इस करके थोड़ा जिहा फ्री हैगा। तो जे तुहाडे कोई सवाल है किसी होर टॉपिक ते तुसीं चाहते हो भी कि मैं वीडियो बना के तुहाडे नाल शेयर करा, कोई जानकारी तुहाडे नाल सांझी करा। मेरी जानकारी का देखो जी, जे तुहानूं फायदा हुंदा फिर ही मेरी जानकारी होने का फायदा है ना जी। जे मैं इन्नियां किताबां पढ़ के दिखाया जी किताबां कितनियां, साडे तां मैडिकल लाइन दे विच किताबां ही इन्नियां ज़्यादा है कि पढ़ के जे किसी नूं फायदा ही ना होया तो उहदा की फायदा हैगा। सो मेरी ये प्रबल इच्छा हैगी है कि मेरी जानकारी का तुहानूं सारिਆਂ ਨੂੰ फायदा होवे, ਆਪਾਂ ਨੂੰ ਸਾਰਿਆਂ ਨੂੰ फायदा होवे। डॉक्टर बनाने दे विच सारे समाज का हिस्सा योगदान पैंदा है। मैं डॉक्टर बनया तो मेरे पिछे मेरे टीचर बैठे है, DAV स्कूल दे है, गौरमेंट कॉलेज दे हैगे है, उन्होंने सारिਆਂ ने मेरे ते मेहनत की है, साडे समाज ने मेहनत की है, तो सारे समाज को इनका फायदा मिलना चाहिए। सो इसे नाल मैं अपने शब्दों को विराम दूँगा। थैंक यू वेरी मच, धन्यवाद मैनूं सुनने लई, थैंक यू।